ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। 13 ਫੈਬਰਰੀ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰ ਸੈਸ਼ਨ ਦੇ ਨਾਲ। ਕਰੰਟ ਅਫੇਅਰ ਸੈਸ਼ਨ ਜੋ ਕਿ ਇੰਪੋਰਟੈਂਟ ਰਹੇਗਾ ਡਿਫਰੈਂਟ ਐਗਜ਼ਾਮਸ, ਪੰਜਾਬ ਪਟਵਾਰੀ, ਪੀਪੀਐਸਸੀ, ਪੀਸੀਐਸ, ਐਸਐਸਸੀ, ਸੀਜੀਐਲ, ਸੀਐਚਐਸਐਲ ਔਰ ਬੈਂਕਿੰਗ ਐਗਜ਼ਾਮਸ ਦੇ ਲਈ। ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਕਾਈਂਡਲੀ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ। IBPS, RRB, JEE पंजाब, पंजाब पुलिस SI और पटवारी ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ। ਐਨਰੋਲ ਕਰਵਾਉਣ ਦੇ ਲਈ ਸਿੰਪਲੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਾਂਗੇ, ਉਹਨਾਂ ਦੀ ਰਿਵੀਜ਼ਨ ਕਰਾਂਗੇ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ। ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ, ਪੂਰੀ ਡਿਟੇਲ ਦੇ ਵੀ ਡਿਸਕਸ ਕਰਾਂਗੇ। ਚੱਲਦੇ ਹਾਂ ਸਭ ਤੋਂ ਪਹਿਲੇ ਕਿਉਂਕਿ ਰਿਵੀਜ਼ਨ ਦੇ ਵੱਲ। ਤਾਂ 11 ਫੈਬਰਰੀ ਨੂੰ ਇੰਟਰਨੈਸ਼ਨਲ ਡੇ ਆਫ ਵੂਮੈਨਸ ਐਂਡ ਗਰਲਸ ਇਨ ਸਾਇੰਸ ਓਬਜ਼ਰਵ ਕੀਤਾ ਗਿਆ। ਥੀਮ ਰਹੀ ਸੀ ਵੂਮੈਨ ਸਾਇੰਟਿਸਟ ਐਟ ਦਾ ਫੋਰਫਰੰਟ ਆਫ ਦਾ ਫਾਈਟ ਅਗੇਂਸਟ COVID-19। ਵੂਮੈਨ ਸਾਇੰਟਿਸਟ ਐਟ ਦਾ ਫੋਰਫਰੰਟ ਆਫ ਦਾ ਫਾਈਟ ਅਗੇਂਸਟ COVID-19 ਇਸ ਦਿਨ ਦੀ ਥੀਮ ਰਹੀ। KN ਭੰਡਾਰੀ ਦੁਆਰਾ ਬੁੱਕ ਲਿਖੀ ਗਈ ਹੈ ਪਾਰਲੀਮੈਂਟਰੀ ਮੈਸੇਂਜਰ ਇਨ ਰਾਜਸਥਾਨ। ਇਸ ਬੁੱਕ ਨੂੰ ਕਿਹਨਾਂ ਨੇ ਲਿਖਿਆ? KN ਭੰਡਾਰੀ ਨੇ। ਜੁੰਪਾ ਲਹੀਰੀ ਦੁਆਰਾ ਬੁੱਕ ਲਿਖੀ ਗਈ ਵੇਅਰ ਅਬਾਊਟਸ ਨਾਮ ਦੀ ਬੁੱਕ ਕਿਹਨਾਂ ਦੁਆਰਾ ਲਿਖੀ ਗਈ ਹੈ? ਜੁੰਪਾ ਲਹੀਰੀ ਦੁਆਰਾ। ਟੈਲੀਗ੍ਰਾਮ ਟੌਪ ਦਾ ਲਿਸਟ ਆਫ ਨੌਨ ਗੇਮਿੰਗ ਐਪਲੀਕੇਸ਼ਨ। ਜਿਹੜੀ ਨੌਨ ਗੇਮਿੰਗ ਐਪਲੀਕੇਸ਼ਨਸ ਨੇ ਉਹਨਾਂ ਦੀ ਲਿਸਟ ਨੂੰ ਟੌਪ ਕੀਤਾ ਟੈਲੀਗ੍ਰਾਮ ਨੇ, ਠੀਕ ਹੈ। ਅਕੋਰਡਿੰਗ ਟੂ ਸੈਂਸਰ ਟਾਵਰ ਸੈਕਿੰਡ ਪਲੇਸ ਤੇ ਟਿਕਟੌਕ ਰਹੇ ਔਰ ਇਸੀ ਲਿਸਟ ਦੇ ਵਿੱਚ WhatsApp ਚਲਾ ਗਿਆ 5ਵੇਂ ਨੰਬਰ ਤੇ। ਇੰਡੀਅਨ ਗੌਰਮੈਂਟ ਲਾਂਚ ਕੂ ਐਪਲੀਕੇਸ਼ਨ। ਕੂ ਇੱਕ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਟਵਿੱਟਰ ਦੀ, ਕਹਾਂਗੇ ਟਵਿੱਟਰ ਦੀ ਰਿਪਲੇਸਮੈਂਟ ਦੇ ਲਈ ਲਾਂਚ ਕੀਤੀ ਗਈ ਹੈ, ਜਿਸ ਨੂੰ ਬਣਾਇਆ ਗਿਆ ਹੈ ਅਪਰਾਮਾਇਆ ਰਾਧਾ ਕ੍ਰਿਸ਼ਨਾ ਔਰ ਮਯੰਕ ਦੁਆਰਾ, ਠੀਕ ਹੈ। ਬੋਂਬੀਨੇਟ ਕੰਪਨੀ ਦੁਆਰਾ ਇਸ ਨੂੰ ਬਣਾਇਆ ਗਿਆ। ਇੰਡੀਅਨ ਸ਼ਾਰਟ ਫਿਲਮ ਹੈ ਬੇਟੂ, ਜਿਸ ਨੂੰ ਡਾਇਰੈਕਟ ਕੀਤਾ ਗਿਆ ਕ੍ਰਿਸ਼ਮਾ ਦੇਵ ਦੂਬੇ ਦੁਆਰਾ ਡਾਇਰੈਕਟ ਕੀਤਾ ਗਿਆ। ਇਸ ਮੂਵੀ ਨੂੰ ਔਸਕਰ ਦੇ ਲਈ ਨੋਮੀਨੇਟ ਕੀਤਾ ਜਾ ਚੁੱਕਿਆ, ਸ਼ਾਰਟਲਿਸਟ ਕੀਤਾ ਗਿਆ ਔਸਕਰਸ ਦੇ ਲਈ। ਸ਼ਾਰਟ ਫਿਲਮ ਹੈ। ਆਨੰਦ ਸ਼ਾਹ ਹੈੱਡ ਅਪੁਆਇੰਟ ਕੀਤੇ ਗਏ ਨੇ ਪੋਰਟਫੋਲੀਓ ਮੈਨੇਜਮੈਂਟ ਸਰਵਿਸਿਜ਼ ਐਂਡ ਅਲਟਰਨੇਟ ਇਨਵੈਸਟਮੈਂਟ ਫੰਡ ਇਨਵੈਸਟਮੈਂਟ ਦੇ ਇਸ ਦੇ ਵਿੱਚ ICICI ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਦੇ ਵਿੱਚ। ICICI ਪ੍ਰੂਡੈਂਸ਼ੀਅਲ ਇੰਸ਼ੋਰੈਂਸ ਦੁਆਰਾ ਹੀ ਇੱਕ ਗਾਰੰਟੀਡ ਇਨਕਮ ਫॉर ਟੁਮਾਰੋ ਗਿਫਟ ਨਾਮ ਦੀ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਟੂ ਅਚੀਵ ਲੌਂਗ ਟਰਮ ਫਾਈਨੈਂਸ਼ੀਅਲ ਗੋਲਸ। ਆਸਟ੍ਰੇਲੀਅਨ ਕ੍ਰਿਕਟਰ ਆਸਟ੍ਰੇਲੀਆ ਦੇ ਕ੍ਰਿਕਟਰ ਸਟੀਵ ਸਮਿਥ ਨੇ ਐਲਨ ਬੋਰਡਰ ਮੈਡਲ ਜਿੱਤਿਆ, ਠੀਕ ਹੈ, ਫॉर ਥਰਡ ਟਾਈਮ ਇਨ ਹਿਜ਼ ਕੈਰੀਅਰ। ਇਸੀ ਦੇ ਨਾਲ ਬੈਥ ਮੂਨੀ ਜੋ ਕਿ ਫੀਮੇਲ ਆਸਟ੍ਰੇਲੀਅਨ ਕ੍ਰਿਕਟਰ ਨੇ, ਇਹਨਾਂ ਨੇ ਬੈਲੈਂਡਾ ਕਲਾਰਕ ਅਵਾਰਡ ਜਿੱਤੇ। ਆਸਟ੍ਰੇਲੀਅਨ ਕ੍ਰਿਕਟ ਅਵਾਰਡਸ ਅਨਾਊਂਸ ਕੀਤੇ ਗਏ। ਮੇਲ ਕ੍ਰਿਕਟਰ ਦੇ ਵਿੱਚ ਐਲਨ ਬੋਰਡਰ ਮੈਡਲ ਦਿੱਤਾ ਗਿਆ ਸਟੀਵ ਸਮਿਥ ਨੂੰ। ਫੀਮੇਲ ਕੈਟਾਗਰੀ ਦੇ ਵਿੱਚ ਬੈਲੈਂਡਾ ਕਲਾਰਕ ਅਵਾਰਡ ਦਿੱਤਾ ਗਿਆ ਬੈਥ ਮੂਨੇ ਨੂੰ। ਗੇਲ ਗੈਸ ਅਥਾਰਟੀ ਆਫ ਇੰਡੀਆ ਲਿਮਿਟਿਡ, ਜਿਸ ਦਾ ਹੈੱਡਕੁਆਰਟਰ ਨਿਊ ਦਿੱਲੀ ਦੇ ਵਿੱਚ ਹੈ, ਇਸਨੇ 5% ਸਟੇਕ ਅਕਵਾਇਰ ਕੀਤਾ ਹੈ ਇੰਡੀਅਨ ਐਨਰਜੀ ਐਕਸਚੇਂਜ ਦਾ 5% ਸਟੇਕ ਕਿਸਨੇ ਖਰੀਦ ਲਿਆ? ਗੇਲ ਨੇ ਖਰੀਦ ਲਿਆ, ਠੀਕ ਹੈ। ਅਦਾਨੀ ਔਰ ਟੋਰੈਂਟ ਦੁਆਰਾ ਵੀ 5% ਸਟੇਕ ਖਰੀਦਿਆ ਗਿਆ। ਨੈਕਸਟ ਹੈ NPCI ਦੁਆਰਾ ਗਲੋਬਲ ਲੈਵਲ ਹੈਕਾਥੌਨ NPCI ਪੇ ਆਊਟ ਚੈਲੰਜ।
NPCI पे ऑथ चैलेंज लॉन्च किया गया। NPCI नैशनल पेमेंट कॉरपोरेशन ऑफ इंडिया 2008 ਦੇ ਵਿੱਚ ਬਣਾਈ ਗਈ ਸੀ, ਮੁੰਬਈ ਦੇ ਵਿੱਚ ਹੈੱਡਕੁਆਟਰ ਹੈ। UPI ट्रांजैक्शन बेसिकली क्यों लॉन्च किया गया, ताकि UPI ट्रांजैक्शनस ਨੂੰ ਬਾਇਓਮੈਟ੍ਰਿਕਸ ਦੇ ਨਾਲ ਕਨੈਕਟ ਕੀਤਾ ਜਾ ਸਕੇ। ਹੁਣ ਇੱਕ ਹੈਕਾਥੋਨ ਹੈ, ਤੇ ਯਾਨੀ ਕਿ ਇਸ ਦੇ ਵਿੱਚ ਇੱਕ ਕੰਪੀਟੀਸ਼ਨ ਹੈ, ਤਾਂ ਕੰਪੀਟੀਸ਼ਨ ਦੇ ਵਿੱਚ ਪ੍ਰਾਈਜ਼ ਮਨੀ ਕਿੰਨੀ ਹੈ, ਪ੍ਰਾਈਜ਼ ਮਨੀ ਹੈ 2000 ਰੁਪਏ। ਬਾਇਓ ਜਿਹੜੀ UPI ਟ੍ਰਾਂਜੈਕਸ਼ਨਸ ਨੇ ਇਹਨਾਂ ਨੂੰ ਬਾਇਓਮੈਟ੍ਰਿਕਸ ਦੇ ਨਾਲ ਕਨੈਕਟ ਕੀਤਾ ਜਾ ਸਕੇ, ਇਸ ਦੇ ਲਈ ਇੱਕ ਚੈਲੰਜ ਲਾਂਚ ਕੀਤਾ ਗਿਆ ਔਰ $20,000 ਇਸ ਦੇ ਵਿੱਚ ਪ੍ਰਾਈਜ਼ ਮਨੀ। ਅ ਥਿੰਕ ਟੈਂਕ ਆਫ ਦ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ, ਇੱਕ ਥਿੰਕ ਟੈਂਕ ਹੈ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕ ਦਾ, ਜਿਸ ਦਾ ਨਾਮ ਹੈ ਟਾਈਫੈਕ, ਟੈਕਨੋਲੋਜੀ ਇਨਫੋਰਮੇਸ਼ਨ ਫੋਰਕਾਸਟਿੰਗ ਐਂਡ ਅਸੈਸਮੈਂਟ ਕਾਉਂਸਿਲ, ਟੈਕਨੋਲੋਜੀ ਇਨਫੋਰਮੇਸ਼ਨ ਫੋਰਕਾਸਟਿੰਗ ਐਂਡ ਅਸੈਸਮੈਂਟ ਕਾਉਂसिल। इसने सक्षम जॉब पोर्टल की शुरुआत की है। RBI ऑब्जर्व्ड फाइनेंशियल लिटरेसी वीक, फाइनेंशियल लिटरेसी वीक है जो RBI द्वारा ऑब्जर्व किया गया 8 तो लैके 12 फरवरी तक। थीम रही क्रेडिट डिसिप्लिन एंड क्रेडिट फ्रॉम फॉर्मर इंस्टीट्यूशन, क्रेडिट डिसिप्लिन एंड क्रेडिट फ्रॉम फॉर्मर इंस्टीट्यूशनस इस दिन की थीम रही है और इसनूं 2016 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਨੈਕਸਟ ਹੈ ਮੈਰੀਗੋਲਡ ਵੈਰਾਈਟੀ ਨੇਮਡ ਆਰਕਾ ਸੂਬਾ, ਇੱਕ ਮੈਰੀਗੋਲਡ ਵੈਰਾਈਟੀ ਆਰਕਾ ਸੂਬਾ ਡਿਵੈਲਪ ਕੀਤੀ ਗਈ ਇੰਡੀਅਨ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਬੈਂਗਲੋਰ ਦੁਆਰਾ। ਮੈਰੀਗੋਲਡ ਫਲਾਵਰ ਦੀ ਇੱਕ ਵੈਰਾਈਟੀ ਲੱਭੀ ਗਈ ਹੈ ਇੰਡੀਅਨ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਬੈਂਗਲੁਰੂ ਦੁਆਰਾ, ਆਰਕਾ सूबा। मडागास्कर, मडागास्कर द्वारा वर्ल्ड का स्मॉलेस्ट रैप्टाइल डिस्कवर किया गया, लभ्या गया। वर्ल्ड का स्मॉलेस्ट रैप्टाइल की नाम है, ब्रोकेसिया नाना है, यह मडागास्कर के साइंटिस्ट द्वारा लभ्या गया। कैपिटल एंटानारीवो है, करंसी एरियारी चलती। UAE मार्स मिशन, UAE का मार्स मिशन है जो होप, यह लॉन्च किया गया सी जुलाई 2020 ਦੇ ਵਿੱਚ। ਇਹਨੇ ਸਕਸੈਸਫੁਲੀ ਐਂਟਰ ਕੀਤਾ ਮਾਰਸ ऑर्बिट ਦੇ ਵਿੱਚ। UAE कैपिटल आबू धाबी है, करंसी दिरहम चलती। ऑनरेरी कंसल्टेट ऑफ कजाकिस्तान, ऑनरेरी कंसल्टेट ऑफ कजाकिस्तान ओपन की गई हैदराबाद ਦੇ ਵਿੱਚ। कैपिटल नूर सुल्तान, करंसी तेंगे चलती। नेक्स्ट है इन ऑडिटोरियम केव ऑफ भीमबेटका रॉक शेल्टर, भीमबेटका रॉक शेल्टर है जो उत्थे ऑडिटोरियम केव है भोपाल दे विच। इत्थे फॉसिल लभ्या गया वर्ल्ड दे ओल्डेस्ट एनीमल दा। ओडिशा, ओडिशा सरकार द्वारा सेंटर दे विच अनाउंस किया गया कि यह सेंटर लवे जाएगी स्वामीनाथन कमेटी है जो, स्वामीनाथन कमेटी जो कि ग्रीन रेवोल्यूशन के नाल जुड़ी हुई है 1966-67 कहांगे। इस दे अंडर MSP है जो हर एक क्रॉप नूं प्रोवाइड की जानी चाहिए है। इस दे लई सेंटर सरकार लवे उड़ीसा सरकार जाएगी और इस पॉलिसी नूं इंप्लीमेंट करेगी। कर्नाटका, कर्नाटका कैबिनेट द्वारा एंटी काउ स्लॉटर बिल, एंटी काउ स्लॉटर बिल पास किया गया कर्नाटका द्वारा। कर्नाटका सरकार द्वारा ही कर्नाटका डिजिटल इकोनॉमी मिशन की शुरुआत की गई है। कर्नाटका डिजिटल इकोनॉमी की शुरुआत की गई है टू अट्रैक्ट इन्वेस्टर्स इन IT सेक्टर, टू क्रिएट जॉब्स एंड टू मेक कर्नाटका $300 बिलियन इकोनॉमी बाय 2025, 2025 तक $300 बिलियन इकोनॉमी बनानी है कर्नाटका की अंडर थीम बियॉन्ड बेंगलुरु, बियॉन्ड बेंगलुरु। नैशनल एटलस एंड थीमैटिक मैपिंग ऑर्गेनाइजेशन द्वारा INCA इंटरनेशनल कांग्रेस की शुरुआत की गई है कोलकाता दे विच, जिसनूं इनॉग्रेट किया गया गवर्नर जगदीप धनकर द्वारा। और थीम रही डिजिटल मैपिंग इनोवेशंस इन मेक इन इंडिया इनिशिएटिव्स, डिजिटल मैपिंग इनोवेशंस इन मेक इंडिया इनिशिएटिव्स। ठीक है जी। इस तो इलावा कंटेंट पंजाबी दे विच अवेलेबल है, चाहो तो स्टडी कर सकते हो। चलते हैं स्टैटिक पोर्शन के वाल। स्टैटिक पोर्शन के विच आपां डिस्कस कर रहे हैं हॉकी, हॉकी के इंपोर्टेंट इवेंट्स या कप्स। तो आगा खान कप, बेगम रसूल ट्रॉफी, महाराजा रणजीत सिंह गोल्ड कप, लेडी रतन टाटा ट्रॉफी,
गुरु नानक चैंपियन ट्रॉफी, सिंधिया गोल्ड कप, मुरुगप्पा गोल्ड कप, वेलिंगटन कप, नेहरू ट्रॉफी, ध्यानचंद ट्रॉफी, ये सारे ईवेंट्स कित्थे दे ने? हॉकी दे ने। ठीक है जी, डायरैक्टली वन लाइनर दे विच पुछया जांदा है कि यह ईवेंट किस स्पोर्ट्स के नाल जुड़िया होया, तो डायरैक्टली याद रखांगे। चलते हैं फर्स्ट क्वेश्चन दे वल, अज दी फर्स्ट न्यूज़ दे वल। फर्स्ट क्वेश्चन, वर्ल्ड यूनानी डे। वर्ल्ड यूनानी डे किस दिन ऑब्जर्व किया? तो वर्ल्ड यूनानी डे 11 फैबररी नूं ऑब्जर्व किया गया। बेसिकली 11 फैबररी नूं वर्ल्ड यूनानी डे ऑब्जर्व किया जाता है 1868 दे विच, 1868 दे विच एक परसन कहांगे पैदा होए सी, अजमल खान, मुहम्मद अजमल खान। बेसिकली इन्हों हकीम अजमल खान के नाम नाल ज़्यादा जानिया जाता है। हकीम अजमल खान की बर्थ एनीवर्सरी नूं ऑब्जर्व करने के लिए हर साल वर्ल्ड यूनानी डे 11 फरवरी नूं ऑब्जर्व किया जाता है। ठीक है जी। इस तो अलावा इंटरनेशनल डे ऑफ वूमेन एंड साइंसिस वाला अपने डिस्कस कर लिया 11 फैबररी नूं। होर भी इंपोर्टेंट डे है 11 फैबररी नूं डिस्कस करते हैं। इस तो अलावा 12 फैबररी नूं डे है, तो 11 फैबररी नूं पंडित दीन दयाल उपाध्याय की 53rd डेथ एनीवर्सरी भी ऑब्जर्व की गई। पंडित दीन दयाल उपाध्याय की 53rd डेथ एनीवर्सरी संपरण दिवस के तौर पर ऑब्जर्व की गई है 11 फरवरी नूं। ठीक है, पंडित दीन दयाल उपाध्याय, अगर इन्हां दे बारे कुछ चीज़ां आप अगर डिस्कस करनियां होण तो याद रखांगे, इन्हां दा बर्थ एनीवर्सरी है 25 सितंबर की 1916 दे विच, और डेथ एनीवर्सरी 1968, 11 फैबररी 1968। रिसेंटली कांडला पोर्ट जो कि गुजरात दे विच है, इसका नाम चेंज किया गया सी पंडित दीन दयाल उपाध्याय के नाम के उत्ते। ठीक है, दीन दयाल रसोई योजना याद रखांगे, दीन दयाल रसोई योजना जो कि MP दी है, वो भी किन्ना दे नाम ते है? पंडित दीन दयाल उपाध्याय के नाम ते। ठीक है जी। इस तो अलावा नैशनल प्रोडक्टिविटी डे भी 12 फैबररी नूं लॉन्च किया गया, ऑब्जर्व किया गया। ठीक है जी। नेक्स्ट है ट्रोपैक्स 21 एक एक्सरसाइज है जो कि कंडक्ट की जा रही है। ट्रोपैक्स एक्सरसाइज कंडक्ट की गई, कित्थे की जा रही है? इंडियन ओशन दे विच, कंडक्ट की जा रही है। ठीक है, रिसेंटली आप डिस्कस की सी एमफैक्स एक्सरसाइज, इस तो अलावा कवच एक्सरसाइज, वह भी इंडियन ओशन दे विच कंडक्ट की गई सी, या कहांगे अंडेमान निकोबार आइलैंड के उत्ते कंडक्ट की गई सी। तो इंडियन ओशन दे विच ट्रोपैक्स एक्सरसाइज कंडक्ट की जा रही है। ट्रोपैक्स एक्सरसाइज एक बाइनीनियल एक्सरसाइज है, बाइनीनियल यानी कि 2 साल दे विच एक बार परफॉर्म की जाती है। ठीक है, बेसिकली नेवी की एक्सरसाइज है, नेवी की लार्जेस्ट एक्सरसाइज कहा जाता है इसनूं, और इस दे विच आर्मी, एयर फोर्स और इंडियन कोस्ट गार्ड भी पार्टिसिपेट कर रही है। ठीक है, तो ट्रोपैक्स की फुल फॉर्म होएगी कुछ, तो फुल फॉर्म है थिएटर लेवल ऑपरेशनल रेडीनेस एक्सरसाइज। थिएटर लेवल ऑपरेशनल रेडीनेस एक्सरसाइज इज दी फुल फॉर्म है। ठीक है, ट्रोपैक्स थिएटर लेवल ऑपरेशनल रेडीनेस एक्सरसाइज। ठीक है जी, कित्थे कंडक्ट की गई? इंडियन ओशन दे विच कंडक्ट की गई। इंपोर्टेंट है, नेवी की लार्जेस्ट एक्सरसाइज है ये, इंडियन नेवी की। नेक्स्ट है INS विराट न्यूज़ दे विच इसनूं डीकमिशन कदों किया गया सी? इसनूं डीकमिशन किया गया सी 2017 दे विच। 2017 दे विच इसनूं डीकमिशन किया गया सी। कित्थे डीकमिशन किया गया सी? अलांग गुजरात दे विच। ठीक है, ये न्यूज़ दे विच है, पूरी डिटेल डिस्कस करते हैं क्यों न्यूज़ दे विच है। बेसिकली INS विराट पहले इसनूं अनाउंस किया गया कि इसनूं म्यूजियम बनाया जाएगा, मैरीटाइम म्यूजियम दे विच कन्वर्ट किया जाएगा। बाद दे विच इसनूं अनाउंस किया गया कि इसनूं डिसमैंटल किया जाएगा, डिसमैंटल करके इसके पार्ट्स नूं मोटरसाइकिल्स वगैरह दे विच यूज़ किया जाएगा। ठीक है, 2 डिफरेंट टर्म्स आ गई। तो इत्थे
ਕੇਸ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਕਿ INS ਵਿਰਾਟ ਕਾफ़ी ਇੰਪੋਰਟੈਂਟ ਹੈ ਅਗਰ ਇੰਡੀਆ ਦੀ ਗੱਲ ਕਰਦੇ ਹਾਂ, ਜਾਂ ਫਿਰ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵੀ ਇਸਦਾ ਨਾਮ ਦਰਜ ਹੈ। ਕਿਉਂ? ਕਿਉਂਕਿ ਇਸ ਨੂੰ 1986 ਦੇ ਵਿੱਚ ਇਸ ਨੂੰ ਕਮਿਸ਼ਨ ਕੀਤਾ ਗਿਆ ਸੀ, ਇੰਡੀਆ ਦੇ ਵਿੱਚ ਲਿਆਇਆ ਗਿਆ ਸੀ ਔਰ ਇਸਨੇ 30 ਸਾਲ ਕੰਮ ਕੀਤਾ ਹੈ। ਲੌਂਗੈਸਟ ਰਿਕਾਰਡ ਬਣਾਇਆ ਸਭ ਤੋਂ ਜ਼ਿਆਦਾ ਕੰਮ ਕਰਨ ਦਾ, 30 ਸਾਲ ਕੰਮ ਕੀਤਾ। 2017 ਦੇ ਵਿੱਚ ਡੀਕਮਿਸ਼ਨ ਕੀਤਾ ਗਿਆ। ਇਸ ਕਰਕੇ ਇਹ ਇੰਡੀਆ ਦੀ ਹਿਸਟਰੀ ਦੇ ਪਰਸਪੈਕਟਿਵ ਦੇ ਉੱਤੇ ਇੰਪੋਰਟੈਂਟ ਹੈ ਔਰ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਨਾਮ ਵੀ ਹੈ। ਇਸ ਕਰਕੇ ਇਸ ਨੂੰ ਡਿਸਮੈਂਟਲ ਨਹੀਂ ਕਰਨਾ ਚਾਹੀਦਾ, ਇਸ ਨੂੰ ਮੈਰੀਟਾਈਮ ਮਿਊਜ਼ੀਅਮ ਬਣਾਉਣਾ ਚਾਹੀਦਾ ਹੈ। ਠੀਕ ਹੈ, ਕੇਸ ਹੋਇਆ, ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਦੇ ਫੇਵਰ ਦੇ ਵਿੱਚ ਜਜਮੈਂਟ ਜਾਰੀ ਕੀਤੀ ਹੈ। ਠੀਕ ਹੈ, ਤਾਂ ਗੋਆ ਦੇ ਵਿੱਚ ਇਸ ਨੂੰ ਮਿਊਜ਼ੀਅਮ ਬਣਾਇਆ ਜਾਏਗਾ ਜ਼ੋਰੀ ਰਿਵਰ ਦੇ ਵਿੱਚ। ਇਹ ਫੈਕਟ ਇੰਪੋਰਟੈਂਟ ਰਹੇਗਾ ਕਿ ਗੋਆ ਦੀ ਜ਼ੋਰੀ ਰਿਵਰ ਦੇ ਵਿੱਚ ਇਸ ਨੂੰ ਕੀ ਬਣਾਇਆ ਜਾਏਗਾ? ਮਿਊਜ਼ੀਅਮ ਬਣਾਇਆ ਜਾਏਗਾ। ਠੀਕ ਹੈ, ਇਸ ਤੋਂ ਇਲਾਵਾ ਇੱਕ ਫੈਕਟ ਹੋਰ ਪੁੱਛਿਆ ਜਾ ਸਕਦਾ, ਇਸ ਨੂੰ ਗ੍ਰੈਂਡ ਓਲਡ ਲੇਡੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। INS ਵਿਰਾਟ ਨੂੰ ਗ੍ਰੈਂਡ ਓਲਡ ਲੇਡੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਯਾਦ ਰੱਖਾਂਗੇ। ਠੀਕ ਹੈ ਜੀ। ਨੈਕਸਟ ਹੈ, ਹੂ ਵਿਲ ਇਨੋਗਰੇਟ ਦ ਮੈਰੀਟਾਈਮ ਇੰਡੀਆ ਸਮਿਟ। ਮੈਰੀਟਾਈਮ ਇੰਡੀਆ ਸਮਿਟ 2021 ਨੂੰ ਕੌਣ ਇਨੋਗਰੇਟ ਕਰੇਗਾ? 2 ਮਾਰਚ ਨੂੰ। ਤਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੋਗਰੇਟ ਕਰਨਗੇ ਮੈਰੀਟਾਈਮ ਇੰਡੀਆ ਸਮਿਟ 2021। ਠੀਕ ਹੈ ਜੀ। ਇਸ ਦੇ ਰਿਲੇਟਡ ਕੁਝ ਫੈਕਟ ਨੇ, ਇੰਪੋਰਟੈਂਟ ਰਹਿਣਗੇ, ਡਿਸਕਸ ਕਰਦੇ ਹਾਂ। ਉਸ ਤੋਂ ਪਹਿਲੇ ਰਾਮਨਾਥ ਕੋविंद ਪ੍ਰੈਜ਼ੀਡੈਂਟ ਨੇ, M ਵੈਂਕਈਆ ਨਾਇਡੂ ਵਾਈਸ ਪ੍ਰੈਜ਼ੀਡੈਂਟ ਨੇ, ਰਾਜਨਾਥ ਸਿੰਘ ਦੀ ਗੱਲ ਕਰਦੇ ਹਾਂ ਡਿਫੈਂਸ ਮਿਨਿਸਟਰ, ਲਖਨਊ UP ਤੋਂ ਲੋਕ ਸਭਾ MP, ਔਰ ਅਮਿਤ ਸ਼ਾਹ ਗਾਂਧੀ ਨਗਰ ਗੁਜਰਾਤ ਤੋਂ ਲੋਕ ਸਭਾ MP ਨੇ, ਔਰ ਇਹਨਾਂ ਲਵੇ ਹੋਮ ਮਿਨਿਸਟਰੀ। ਠੀਕ ਹੈ, ਰਾਜਨਾਥ ਸਿੰਘ ਰਿਲੇਟਡ ਇੱਕ ਇੰਪੋਰਟੈਂਟ ਨਿਊਜ਼ ਹੈ, ਉਹ ਵੀ ਡਿਸਕਸ ਕਰਾਂਗੇ। ਪਹਿਲੇ ਡਿਸਕਸ ਕਰਦੇ ਹਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਰਿਲੇਟਡ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਸ ਨੂੰ ਇਨੋਗਰੇਟ ਕਰਨਗੇ 2 ਮਾਰਚ ਨੂੰ, ਮੈਰੀਟਾਈਮ ਇੰਡੀਆ ਸਮਿਟ 2 ਮਾਰਚ ਨੂੰ। ਠੀਕ ਹੈ, ਬੇਸਿਕਲੀ ਇਸ ਨੂੰ ਆਰਗੇਨਾਈਜ਼ ਕੌਣ ਕਰ ਰਿਹਾ ਹੈ? ਤਾਂ ਆਰਗੇਨਾਈਜ਼ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼। ਪਹਿਲੇ ਆਪਾਂ ਇਸ ਨੂੰ ਮਿਨਿਸਟਰੀ ਆਫ ਸ਼ਿਪਿੰਗ ਮਿਨਿਸਟਰੀ ਕਹਿੰਦੇ ਸੀ, ਇਸ ਦਾ ਨਾਮ ਚੇਂਜ ਕੀਤਾ ਗਿਆ ਸੀ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼। ਇਹ ਯਾਦ ਰੱਖਾਂਗੇ। ਮਨਸੁਖ ਲਾਲ ਮੰਡਾਵੀਆ ਲਵੇ ਇਹ ਮਿਨਿਸਟਰੀ ਹੈ। ਮਨਸੁਖ ਲਾਲ ਮੰਡਾਵੀਆ ਰਾਜ ਸਭਾ MP ਨੇ ਗੁਜਰਾਤ ਤੋਂ। ਇਹਨਾਂ ਦੁਆਰਾ ਅਨਾਊਂਸ ਕੀਤਾ ਗਿਆ ਕਿ ਤਕਰੀਬਨ 20,000 ਡੈਲੀਗੇਟਸ, 20,000 ਡੈਲੀਗੇਟ ਇਸ ਦੇ ਵਿੱਚ ਪਾਰਟੀਸੀਪੇਟ ਕਰਨਗੇ ਔਰ ਇਹ ਆਰਗੇਨਾਈਜ਼ ਕੀਤਾ ਜਾ ਰਿਹਾ ਮਿਨਿਸਟਰੀ ਆਫ ਪੋਰਟਸ ਦੇ ਨਾਲ, ਫਿੱਕੀ ਦੇ ਨਾਲ ਮਿਲ ਕੇ ਐਜ਼ ਇੰਡਸਟਰੀਅਲ ਪਾਰਟਨਰ, ਔਰ EY ਦੇ ਨਾਲ ਮਿਲ ਕੇ ਐਜ਼ ਨੌਲੇਜ ਪਾਰਟਨਰ। ਠੀਕ ਹੈ, ਡਾਇਰੈਕਟਲੀ ਕੁਐਸਚਨ ਪੁੱਛਿਆ ਜਾਏਗਾ ਵਰਲਡ ਮੈਰੀਟਾਈਮ ਸਮਿਟ ਦੇ ਵਿੱਚ ਇੰਡਸਟਰੀਅਲ ਪਾਰਟਨਰ ਕੌਣ ਹੈ? ਤਾਂ ਫਿੱਕੀ ਹੈ। ਨੌਲੇਜ ਪਾਰਟਨਰ ਕੌਣ ਹੈ? ਤਾਂ EY ਹੈ। नेक्स्ट है, विच ऑफ द फॉलोइंग बैंक हैज़ कमिटेड टू इन्वेस्ट 100 million into the NIIF नेशनल इन्वेस्टमेंट एंड इंफ्रास्ट्रक्चर फंड। बेसिकली स्पैसीफिकली अगर आप बजट की गल करते हैं, बजट के डिस्कस किया आपने कि इंफ्रास्ट्रक्चर के लिए स्पैशली काफ़ी ज़्यादा कहांगे कि बजट पूरा का पूरा इंफ्रास्ट्रक्चर के उत्ते बेस सीगा इस बार का बजट। ठीक है, इसमें इंफ्रास्ट्रक्चर बजट भी कहा गया। तो इंफ्रास्ट्रक्चर के लिए ही एक बैंक लोन दे रहा इंडिया नू 100 मिलियन किस दे विच दे रहा NIIF दे विच, नैशनल इन्वेस्टमेंट एंड इंफ्रास्ट्रक्चर फंड दे विच। तो NIIF दे पहले पॉइंट इंपोर्टेंट बननगे कि इसनू 2015 दे विच बनाया गया सी। मुंबई दे विच हैडकुआटर है। सुजोए SUJOY सुजोए बॉस इज द हैड ने या CEO कहांगे NIIF दे। ठीक है, हुण लोन किसने दिता? था NDB ने दिता है। NDB शंघाई चाइना। NDB नू ब्रिक्स बैंक कहा जाता है, यानी कि 5 कंट्रीज मैंबर ने। NDB के हैड मार्कोस त्रियोजो जो कि ब्राज़ील तो बिलोंग करते हैं। NDB के वाइस प्रेजिडेंट अनिल किशोर जो कि इंडिया तो बिलोंग करते हैं। ठीक है, इंपॉर्टेंट रहेंगे सारे फैक्ट। NDB किन्ने दे रहे? 100 मिलियन दे रहे।
याद रखांगे। इस तो इलावा बाकी ऑप्शनस तो वर्ल्ड बैंक वाशिंगटन DC ਦੇ ਵਿੱਚ ਹੈੱਡਕੁਆਟਰ, IMF ਵਾਸ਼ਿੰਗਟਨ DC ਦੇ ਵਿੱਚ ਹੈੱਡਕੁਆਟਰ, AIIB ਬੀजिंग ਚਾਈਨਾ ਦੇ ਵਿੱਚ ਹੈੱਡਕੁਆਟਰ ਹੈ ਔਰ ADB ਮੈਟਰੋ ਮਨੀਲਾ ਫਿਲੀਪੀਨਸ ਦੇ ਵਿੱਚ ਹੈੱਡਕੁਆਟਰ ਹੈ। ਵਰਲਡ ਬੈਂਕ ਦੇ ਵਿੱਚ 190 ਮੈਂਬਰ ਕੰਟਰੀਜ਼, IMF ਦੇ ਵਿੱਚ ਵੀ 190 ਮੈਂਬਰ ਕੰਟਰੀਜ਼, AIIB ਦੇ ਵਿੱਚ 103 ਮੈਂਬਰ ਕੰਟਰੀਜ਼ ਔਰ ADB ਦੇ ਵਿੱਚ 68 ਮੈਂਬਰ ਕੰਟਰੀਜ਼ ਨੇ। वर्ल्ड बैंक हेड डेविड मलपास, IMF हेड क्रिस्टलिना जॉर्जीवा, AIIB दे हेड जिम लिक्विन ने और ADB दे हेड ने मसात्सुगु आसाकावा। ठीक है जी। नेक्स्ट है इंडियन नेवी हैज साइंड एग्रीमेंट with which of the following for research in underwater domain of naval electronics system। naval electronic system ਨੂੰ ਅੰਡਰ ਵਾਟਰ ਯੂਜ਼ ਕਰਨ ਦੇ ਲਈ ਇੱਕ ਐਗਰੀਮੈਂਟ, ਰਿਸਰਚ ਕਰਨ ਦੇ ਲਈ ਐਗਰੀਮੈਂਟ ਸਾਈਨ ਕੀਤਾ ਇੰਡੀਅਨ ਨੇਵੀ ਨੇ। ਇੰਡੀਅਨ ਨੇਵੀ ਨੇ ਕਿਸ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਤਾਂ IIT ਦਿੱਲੀ ਦੇ ਨਾਲ। IIT ਦਿੱਲੀ ਦੇ ਨਾਲ ਇਸ ਐਗਰੀਮੈਂਟ ਨੂੰ ਸਾਈਨ ਕੀਤਾ ਗਿਆ। ਠੀਕ ਹੈ, ਡਾਇਰੈਕਟ ਵਨ ਲਾਈਨਰ ਦੇ ਵਿੱਚ ਕੁਐਸਚਨ ਪੁੱਛਿਆ ਜਾਏਗਾ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ IIT ਦਿੱਲੀ ਨੇ ਰੀਸੈਂਟਲੀ DRDO ਦੇ ਨਾਲ ਵੀ ਐਗਰੀਮੈਂਟ ਸਾਈਨ ਕੀਤਾ ਸੀ ਰਿਸਰਚ ਦੇ ਲਈ, ਇਹ ਵੀ ਯਾਦ ਰੱਖਾਂਗੇ। IIT ਦਿੱਲੀ ਨੇ ਹੀ ਕੋਰੋਸੋਰ ਕਿਟ ਡਿਵੈਲਪ ਕੀਤੀ ਸੀ, ਇਹ ਵੀ ਇੰਪੋਰਟੈਂਟ ਹੈ। IIT ਦਿੱਲੀ ਨੇ ਬਿਹਾਰ ਕੰਟਰੋਲ ਪੋਲਿਊਸ਼ਨ ਦੇ ਲਈ, ਬਿਹਾਰ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਹੈ ਜੋ, ਉਸ ਦੇ ਨਾਲ ਪੋਲਿਊਸ਼ਨ ਕੰਟਰੋਲ ਦੇ ਲਈ ਵੀ ਐਗਰੀਮੈਂਟ ਸਾਈਨ ਕੀਤਾ ਸੀ। IIT ਬੰਬੇ ਦੁਆਰਾ ਆਈਸ ਸਿੰਕ ਨਾਮ ਦਾ ਡਿਜੀਟਲ ਸਟੈਥੋਸਕੋਪ ਬਣਾਇਆ ਗਿਆ ਸੀ, ਇੰਪੋਰਟੈਂਟ। IIT ਮਦਰਾਸ ਦੁਆਰਾ ਮੈਡੀਕੈਬ ਡਿਵੈਲਪ ਕੀਤਾ ਗਿਆ ਸੀ, ਪੋਰਟੇਬਲ ਹਸਪੀਟਲ IIT ਮਦਰਾਸ ਦੁਆਰਾ। IIT ਰੁੜਕੀ ਦੁਆਰਾ ਇੱਕ ਤਾਂ ਯੂਨੀਸੇਵੀਅਰ ਡਿਵਾਈਸ ਬਣਾਇਆ ਗਿਆ ਸੀ ਔਰ IIT ਰੁੜਕੀ ਦੁਆਰਾ ਹੀ ਵੈਂਟੀਲੇਟਰ ਬਣਾਇਆ ਗਿਆ ਸੀ IIT ਰੁੜਕੀ ਦੁਆਰਾ। ਠੀਕ ਹੈ, ਵੈਂਟੀਲੇਟਰ ਦਾ ਨਾਮ ਕੀ ਸੀ? IIT ਰੁੜਕੀ ਨੇ ਏਮਜ਼ ਦਿੱਲੀ ਦੇ ਨਾਲ ਮਿਲ ਕੇ ਵੈਂਟੀਲੇਟਰ ਬਣਾਇਆ, ਪ੍ਰਾਣ ਵਾਯੂ ਵੈਂਟੀਲੇਟਰ। ਠੀਕ ਹੈ, ਪ੍ਰਾਣ ਵਾਯੂ ਵੈਂਟੀਲੇਟਰ ਬਣਾਇਆ IIT ਦਿੱਲੀ ਨੇ। ਤਾਂ ਇੱਕ ਜੀਵਨ ਨਾਮ ਦਾ ਵੈਂਟੀਲੇਟਰ ਵੀ ਬਣਾਇਆ ਗਿਆ ਸੀ ਉਸੇ ਟਾਈਮ ਦੇ ਵਿੱਚ। ਜੀਵਨ ਨਾਮ ਦਾ ਵੈਂਟੀਲੇਟਰ ਕਿਸ ਨੇ ਬਣਾਇਆ ਸੀ? ਕਮੈਂਟ ਬਾਕਸ ਦੇ ਵਿੱਚ ਦੱਸਣਾ। IIT ਗਾਂਧੀਨਗਰ ਦੁਆਰਾ ਬੇਸਿਕਲੀ ਅਗਰ ਆਪਾਂ ਗੱਲ ਕਰਦੇ ਹਾਂ ਚੈਸਟ ਐਕਸਰੇ ਦੁਆਰਾ COVID-19 ਡਿਟੈਕਟ ਕਰਨ ਦੇ ਲਈ ਮੈਥਡ ਡਿਵੈਲਪ ਕੀਤੇ ਗਏ IIT ਗਾਂਧੀਨਗਰ ਦੁਆਰਾ। ਠੀਕ ਹੈ ਜੀ। ਨੈਕਸਟ ਹੈ ਇੰਡੀਆਜ਼ ਫਰਸਟ ਐਵਰ ਟੋਏ ਫੇਅਰ ਇਸ ਦੀ ਸ਼ੁਰੂਆਤ ਕਦੋਂ ਕੀਤੀ ਜਾ ਰਹੀ ਹੈ? ਠੀਕ ਹੈ, ਬੇਸਿਕਲੀ ਕਿੱਥੇ ਨਹੀਂ ਪੁੱਛਿਆ ਜਾਏਗਾ ਕਿਉਂਕਿ ਵਰਚੁਅਲ ਫਾਰਮ ਦੇ ਵਿੱਚ ਆਰਗੇਨਾਈਜ਼ ਕੀਤੀ ਜਾ ਰਹੀ ਹੈ। ਕੁਐਸਚਨ ਪੁੱਛਿਆ ਜਾਏਗਾ ਕਦੋਂ ਕੀਤੀ ਗਈ ਤਾਂ 27 ਫਰਵਰੀ ਨੂੰ। 27 ਫਰਵਰੀ ਤੋਂ 2 ਮਾਰਚ ਤੱਕ ਇਸ ਨੂੰ ਆਰਗੇਨਾਈਜ਼ ਕੀਤਾ ਜਾਏਗਾ, ਇੰਪੋਰਟੈਂਟ ਹੈ। ਨਿਊਜ਼ ਦੇ ਵਿੱਚ ਆਇਆ ਕਿਉਂਕਿ 27 ਫਰਵਰੀ ਤੋਂ ਆਰਗੇਨਾਈਜ਼ ਕੀਤਾ ਜਾਣਾ ਪਹਿਲਾ ਹੈ, ਇਸ ਕਰਕੇ ਵੀ ਇੰਪੋਰਟੈਂਟ ਹੈ। ਔਰ ਇਸ ਦੇ ਲਈ ਵੈਬਸਾਈਟ ਕੱਲ੍ਹ ਲਾਂਚ ਕੀਤੀ ਗਈ ਹੈ। ਠੀਕ ਹੈ, ਜਾਂ ਪਰਸੋਂ ਕਹਾਂਗੇ। ਬੇਸਿਕਲੀ ਅਗਰ ਗੱਲ ਕਰਦੇ ਹਾਂ ਤਾਂ ਪਰਸੋਂ ਰਾਤ ਨੂੰ ਕੀਤੀ ਗਈ ਹੈ, ਤਾਂ ਕੱਲ੍ਹ ਤੋਂ ਹੀ ਇਸ ਦੀ ਬੇਸਿਕਲੀ ਸ਼ੁਰੂਆਤ ਹੋਈ ਹੈ। ਤਾਂ www.theindiatoyfair.in ਸ਼ੁਰੂਆਤ ਕੀਤੀ ਗਈ ਹੈ ਵੈਬਸਾਈਟ ਦੀ, ਇੰਪੋਰਟੈਂਟ ਰਹੇਗੀ। ਠੀਕ ਹੈ, ਦੂਸਰਾ ਇਹ ਜਿਹੜਾ ਫੇਅਰ ਹੈ ਆਰਗੇਨਾਈਜ਼ ਕਰ ਰਹੀਆਂ ਨੇ 3 ਇੰਪੋਰਟੈਂਟ ਮਿਨਿਸਟਰੀਜ਼ ਮਿਲ ਕੇ। ਇੱਥੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਟੈਕਸਟਾਈਲਜ਼ ਮਿਨਿਸਟਰੀ ਪਲੱਸ ਐਜੂਕੇਸ਼ਨ ਮਿਨਿਸਟਰੀ ਪਲੱਸ ਕਮਰਸ ਐਂਡ ਇੰਡਸਟਰੀਜ਼ ਮਿਨਿਸਟਰੀ, ਤਿੰਨੋਂ ਮਿਨਿਸਟਰੀਜ਼ ਮਿਲ ਕੇ ਇਸ ਨੂੰ ਆਰਗੇਨਾਈਜ਼ ਕਰ ਰਹੀਆਂ ਨੇ। ਤਾਂ ਟੈਕਸਟਾਈਲਜ਼ ਮਿਨਿਸਟਰੀ ਕਿੰਨਾ ਲਵੇ ਹੈ? ਸਮ੍ਰਿਤੀ ਇਰਾਨੀ। ਐਜੂਕੇਸ਼ਨ ਮਿਨਿਸਟਰੀ ਰਮੇਸ਼ ਪੋਖਰੀਆਲ ਨਿਸ਼ਾਂਕ। ਕਮਰਸ ਐਂਡ ਇੰਡਸਟਰੀਜ਼ ਮਿਨਿਸਟਰੀ ਪੀयूष गोयल। ठीक है, स्मृति ईरानी अमेठी यूपी तो लोक सभा MP, रमेश पोखरियाल निशंक हरिद्वार उत्तराखंड तो लोक सभा MP, पीयूष गोयल राज्य सभा MP महाराष्ट्र तो। ठीक है, याद रखांगे। इस तो इलावा अगर क्वेश्चंस पूछे जान, क्वेश्चंस देखे जान तो टॉय की गल आईए तो टॉय सिटी
टॉय सिटी कहा जाता है नोएडा नूं। टॉय म्यूजियम कित्थे लगाया जाएगा? टॉय म्यूजियम लगाया जाएगा गुजरात दे विच। टॉय म्यूजियम गुजरात दे विच। टॉय मैन्युफैक्चरिंग क्लस्टर, टॉय मैन्युफैक्चरिंग क्लस्टर कित्थे ऑर्गेनाइज किया गया? कोपाल, कोपाल करनाटका दे विच। टॉय मैन्युफैक्चरिंग क्लस्टर कित्थे लगाया गया? कोपाल करनाटका दे विच। ठीक है जी, फैक्ट इंपॉर्टेंट बनने। नेक्स्ट है, हु हैज़ बीन नेम्ड एज मिस इंडिया वर्ल्ड 2020? मिस इंडिया वर्ल्ड 2020 किन्ना नूं नामित किया गया? तो मिस इंडिया वर्ल्ड 2020 नामित किया गया मनासा वाराणसी। मनासा वाराणसी जो कि तेलंगाना तो बिलोंग करते हैं। स्टेट जरूर पूछी जाएगी, याद रखें, क्योंकि जो नेम होंदा है हर एक स्टूडेंट याद कर लेंदा, लेकिन अज के टाइम दे विच की है कि एग्जाम के लैवल नूं डिफिकल्ट किया जा रहा है, तो स्टेट जरूर नाल याद रखनी है। तेलंगाना तो बिलोंग करते हैं मानसा वाराणसी, जिन्हों ने मिस इंडिया वर्ल्ड 2020 का टाइटल जीते। ठीक है, यानी कि दिसंबर दे विच ये रिप्रजेंट करनगे इंडिया नूं रिप्रजेंट करनगे मिस वर्ल्ड के लिए। इस तो इलावा बाकी ऑप्शनस इंपोर्टेंट रहेंगे, डिस्कस करते हैं। मानुषी चिल्लर का नाम इत्थे डिस्कस कर लेने। 2017 दे मिस इंडिया रहे सी और मिस वर्ल्ड रहे सी। हरियाणा तो बिलोंग करते हैं। कित्थों बिलोंग करते हैं? हरियाणा तो। मनासा वाराणसी तेलंगाना तो बिलोंग करते हैं। इन्होंने 57th एडिशन पूछा जा सकता है। मिस इंडिया वर्ल्ड 2020 टाइटल जिते है, ऑर्गेनाइज किया गया मुंबई दे विच। शी वॉज क्राउंड बाय 2019 मिस इंडिया सुमन रतन सिंह राव। राजस्थान तो अगर 2019 की गल करते हैं पूछा जा सकता है, तो सुमन राव राजस्थान तो बिलोंग करते हैं। 2019 के मिस इंडिया वर्ल्ड सीगे। इस तो इलावा हरियाणा दे मनिका शेवखंत ने मिस ग्रैंड इंडिया 2020 टाइटल जीते। मिस इंडिया वर्ल्ड मनासा वाराणसी, मिस ग्रैंड इंडिया मनिका शेवखंत और यूपी दी मान्या सिंह रनर अप रहे ने मिस इंडिया 2020 दे। यानी कि मिस इंडिया वर्ल्ड 2020 मानसा वाराणसी और सैकेंड नंबर पर रहे ने मान्या सिंह। ठीक है जी। नेक्स्ट है, हु हैज़ बीन अपॉइंटेड एज ए DSP इन असम? इन्हां दे विचों किन्हां नूं असम दे विच DSP अपॉइंट किया गया? बेसिकली एक स्पोर्ट्स परसनैलिटी नूं DSP अपॉइंट किया गया है, तो इस करके भी नाम इंपोर्टेंट है। और वैसे भी उन्हां दा नाम काफ़ी ज़्यादा न्यूज़ दे विच रहिंदा है, हीमा दास। अपना आंसर है हीमा दास। क्वेश्चन डायरैक्टली पूछा जाता है कि हीमा दास किहड़ी स्पोर्ट्स तो बिलोंग करते हैं। दूसरा, हीमा दास किहड़ी स्टेट तो बिलोंग करते हैं? तो हीमा दास असम तो बिलोंग करते हैं और हीमा दास एथलीट ने। हीमा दास एक एथलीट ने। अगर आप गल करते हैं 2018 की अर्जुन अवार्ड भी दिता गया इन्हों। ठीक है, काफ़ी इंपोर्टेंट इवेंट दिते ने, कई ज़्यादा मैडल जीत चुके हैं। और दिहंग एक्सप्रैस के नाम तो भी इन्हों जाना जाता है। ठीक है, बेसिकली एथलीट ने, काफ़ी अच्छा परफॉर्म करते हैं, इस करके दिहंग एक्सप्रैस के नाम तो भी इन्हों जाना जाता है। ठीक है जी। इस तो इलावा बाकी 4 नाम इंपोर्टेंट स्पोर्ट्स परसनैलिटीज़ ने न्यूज़ दे विच ने। इन्हों तो भी डायरैक्टली इन्हों की स्पोर्ट्स ही पूछी जाएगी या फिर इन्हों की स्टेट पूछी जा सकती है। तो अभीन बस्कर देवादीगा करनाटका तो बिलोंग करते हैं और NC सोजन केरला तो बिलोंग करते हैं। तुहानूं याद होएगा आप डिस्कस किया कि 36th नैशनल जूनीयर एथलैटिक चैंपीयनशिप ऑर्गेनाइज की जा रही है। इस दे विच अंडर 20 मैन और वूमेन 200 मीटर टाइटल जीते है अभिन भास्कर देवादीगा कर्नाटका और NC सोजन केरला द्वारा। इसी दे नाल ट्रिपल जंप का टाइटल जीत्या प्रवीण चित्रावल ने और अर्जुन वसाले जो कि MP तो बिलोंग करते हैं। इन्होंने अंडर 18 15,000 मीटर्स का रिकॉर्ड तोड़े। अंडर 18 15,000 मीटर्स का रिकॉर्ड किन्ना ने तोड़िया? मध्य प्रदेश के अर्जुन वसाले द्वारा,
3 ਮਿੰਟ 50 ਸੈਕਿੰਡ ਦੇ ਵਿੱਚ। ਦੋ ਰਿਕਾਰਡ ਆਪਾਂ ਪਹਿਲੇ ਡਿਸਕਸ ਕੀਤੇ ਸੀ, ਅੰਡਰ 20 ਮੈਨ ਦਾ ਔਰ ਅੰਡਰ 18 ਵੂਮੈਨ ਦਾ। ਇਹ ਦੋਨੋਂ ਸੀਗੇ 2000 ਮੀਟਰ ਵਾਲੇ, ਸੌਰੀ 5000 ਮੀਟਰ ਵਾਲੇ। ठीक है। नेक्स्ट है, हु हैज़ वॉन पीपल्स चॉइस फॉर वाइल्ड लाइफ फोटोग्राफर ऑफ द ईयर। पीपल्स चॉइस फॉर वाइल्ड लाइफ फोटोग्राफर ऑफ द ईयर, इस अवार्ड नूं किन्ना ने जित्ते है? तो इस अवार्ड नूं किन्ना ने जित्ते? इस अवार्ड नूं जित्ते रॉबर्ट इरविन। रॉबर्ट इरविन, रॉबर्ट इरविन एक फोटोग्राफर ने, वाइल्ड लाइफ फोटोग्राफर ने, ऑस्ट्रेलिया तो बिलोंग करते हैं, ऑस्ट्रेलिया तो बिलोंग करते हैं और इन्होंने पीपल्स चॉइस फॉर वाइल्ड लाइफ फोटोग्राफर ऑफ द ईयर अवार्ड दिते। बेसिकली इन्होंने एक पिक क्लिक की थी, किस दी पिक? लास्ट ईयर तुहानूं याद होएगा आपां डिस्कस किया सी क्वीनसलैंड, क्वीनसलैंड फॉरेस्ट ने जिहड़े उत्थे अग लगी सी ऑस्ट्रेलिया दे विच, ठीक है, उत्थे जिहड़ी अग लगी सी उसकी फोटो क्लिक की सी इन्होंने, ठीक है। उस फोटो के लिए इन्हों पीपल्स चॉइस फॉर वाइल्ड लाइफ फोटोग्राफर ऑफ द ईयर नामित किया गया, ठीक है। इस तो इलावा ऐश्वर्या श्रीधर की अगर आप गल करते हैं तो ऐश्वर्या श्रीधर वाइल्ड लाइफ फोटोग्राफर ऑफ द ईयर नामित किए गए सी 2020 के, इंडियन ने, इंपोर्टेंट नाम है, ठीक है। भाग्यश्री साहू, भाग्यश्री साहू बेसिकली प्राइम मिनिस्टर नरेंद्र मोदी द्वारा मन की बात दे विच इन्हां दा नाम हाईलाइटेड किया गया सी, अपलोड किया गया सी, इन्हों शाबाशी दी गई सी। किस दे लई? इन्हां दी आर्ट दे लई, इन्हां दी आर्ट दे लई। इन्होंने किहड़ी पेंटिंग बनाई सी? कमेंट बॉक्स दे विच तुसीं दसोगे। उड़ीसा तो बिलोंग करते हैं भाग्यश्री साहू, पेंटिंग किहड़ी बनाई सी जिस करके इन्हों अपलोड दी गई सी। बाकी दो ऑप्शनस न्यूज़ दे विच ने, डिस्कस करते हैं। तो योशिरो मोरी, योशिरो मोरी टोक्यो ओलंपिक्स के चीफ सीगे योशिरो मोरी, इन्होंने अपनी पोस्ट तो रिजाइन किया। योशिरो मोरी टोक्यो ओलंपिक्स न्यूज़ दे विच आने वाला है, इस करके इंपोर्टेंट रहेगा। इसके चीफ योशिरो मोरी सीगे, इन्होंने रेजिग्नेशन दिता है। रंगानाथ पठारे, मराठी राइटर ने रंगानाथ पठारे, महाराष्ट्र सरकार द्वारा इन्हों विंदा विंदा करंदीकर लाइफ टाइम अचीवमेंट अवार्ड दिता गया। विंदा करांदीकर लाइफ टाइम अचीवमेंट अवार्ड किन्हों दिता गया? रंगानाथ पठारे नूं, महाराष्ट्र सरकार द्वारा, ठीक है जी। नेक्स्ट है बाबर। बाबर एक क्रूज मिसाइल है जो केड़ी कंट्री द्वारा डेवलप और डिज़ाइन की गई? बाबर क्रूज मिसाइल केड़ी कंट्री द्वारा डेवलप और डिज़ाइन की गई है? तो इसनूं डेवलप और डिज़ाइन किया गया पाकिस्तान द्वारा, ठीक है जी। तो यानी कि बाबर मिसाइल डायरेक्टली केड़ी कंट्री दी है? पाकिस्तान, ठीक है। दूसरा सरफेस टू सरफेस मिसाइल है, क्रूज मिसाइल है, 450 किलोमीटर इस दी स्ट्राइक रेंज। 3 फैक्ट पूछे जा सकते हैं। इस तो इलावा बेसिकली न्यूज़ दे विच इस करके क्योंकि इसनूं टेस्ट फायर्ड किया गया। इस तो इलावा शाहीन मिसाइल रिसेंटली टेस्ट फायर्ड की गई सी, गजनवी मिसाइल नूं भी टेस्ट फायर्ड किया गया सी पाकिस्तान द्वारा, ठीक है। इंडिया की गल करते हैं आप, मिसाइल्स इंडिया की काफ़ी डिस्कस की हुई ने, ब्रह्मोस हो गया, अग्नि हो गया, नाग मिसाइल होगी, आकाश मिसाइल होगी, ठीक है। इंडिया की मिसाइल्स ने जिन्होंने टेस्ट फायर्ड किया जाता है इंडिया द्वारा। तो इंडिया वैसे टेस्ट फायर्ड कितों करता है? ज़्यादातर मिसाइल्स नूं इंडिया उड़ीसा दे चंदीपुर कोस्ट इंटीग्रेटेड टेस्ट रेंज या कहने व्हीलर आइलैंड या APJ अब्दुल कलाम आइलैंड तो, ठीक है। इस तो इलावा 2 इंपोर्टेंट न्यूज़ ने, एक चाइना रिलेटेड एक टर्की रिलेटेड डिस्कस करते हैं। सोनू याद होएगा UAE का अपने हुणे डिस्कस करके हटे सी मार्स मिशन, UAE का मार्स मिशन होप सीगा। उसी तरीके नाल चाइना ने भी मार्स मिशन भेजा सी लास्ट ईयर, वो भी आप कल डिस्कस किया कि UAE का मिशन सक्सैसफुली ऑर्बिट दे विच एंटर होया। चाइना का मिशन भी सक्सैसफुली एंटर होया ताइवीन 1 ऑर्बिट दे विच एंटर होया मार्स दे, और 6वीं कंट्री बन चुकी है इंडिया, USA, रशिया, EU, यूरोपियन यूनियन और UAE तो बाद मार्स के उत्ते मिशन सक्सैसफुल करने वाली, ठीक है जी। इस तो इलावा इसके रोवर का नेम पूछा जा सकता है उतोपिया चाइना का जो मार्स मिशन ताइवीन 1 है, इस दे रोवर का नेम है उतोपिया। इसनूं लॉन्ग मार्च
5 ਰੋਕਟ ਦੀ ਹੈਲਪ ਦੇ ਨਾਲ ਲਾਂਚ ਕੀਤਾ ਗਿਆ ਸੀ। ਠੀਕ ਹੈ, ਇਸ ਤੋਂ ਇਲਾਵਾ ਜੋ ਚਾਈਨਾ ਦਾ ਮਿਸ਼ਨ ਹੈ ਤਾਈਵਾਨ ਦੇ ਬਾਰੇ ਪੁੱਛਿਆ ਜਾ ਸਕਦਾ ਹੈ। ਤਾਈਵਾਨ ਦਾ ਮਤਲਬ ਕੀ ਹੈ, ਕਿਉਂਕਿ ਕਾਫੀ ਹਾਈਲਾਈਟਰ ਰਿਹਾ ਹੈ। ਕੁਐਸਚਨਸ ਟੂ ਹੈਵਨ ਪਹਿਲੇ ਡਿਸਕਸ ਕੀਤਾ ਹੋਇਆ ਆਪਾਂ ਨੇ, ਕੁਐਸਚਨਸ ਟੂ ਹੈਵਨ। ਠੀਕ ਹੈ ਜੀ। ਟਰਕੀ ਸਪੇਸ ਏਜੰਸੀ, ਟਰਕੀ ਦੀ ਵੀ ਜਿਹੜੀ ਸਪੇਸ ਏਜੰਸੀ ਹੈ ਜੋ ਕਿ ਦਸੰਬਰ ਦੇ ਵਿੱਚ ਬਣਾਈ ਗਈ ਸੀ, ਜ਼ਿਆਦਾ ਟਾਈਮ ਨਹੀਂ ਹੋਇਆ ਬਣੇ ਨੂੰ। ਅੰਕਾਰਾ ਦੇ ਵਿੱਚ ਹੈੱਡਕੁਆਟਰ ਹੈ, ਟਰਕੀ ਦੀ ਕੈਪੀਟਲ ਹੈ, ਜੋ ਅਨਾਊਂਸ ਕੀਤਾ ਕਿ ਇਹ ਵੀ ਸਪੇਸ ਮਿਸ਼ਨ ਲਾਂਚ ਕਰਨਗੇ। ਸਪੇਸ ਮਿਸ਼ਨ 2023 ਮੂਨ ਮਿਸ਼ਨ ਦੀ ਸ਼ੁਰੂਆਤ ਕਰਨਗੇ ਐਜ਼ ਸੈਂਟੀਨਰੀ ਫਰੀडम ਸੈਲੀਬ੍ਰੇਸ਼ਨਸ। ਇਸ ਦਾ ਕੀ ਮਤਲਬ ਹੈ ਕਿ ਬੇਸਿਕਲੀ ਕਿ ਜੋ ਟਰਕੀ ਹੈ, ਟਰਕੀ ਬੇਸਿਕਲੀ 1923 ਦੇ ਵਿੱਚ ਕੀ ਹੋਇਆ ਸੀ, ਫਰੀडम ਆਜ਼ਾਦੀ ਮਿਲੀ ਸੀ ਟਰਕੀ ਨੂੰ। ਠੀਕ ਹੈ, ਤਾਂ 2023 100 ਸਾਲ ਪੂਰੇ ਹੋ ਰਹੇ ਨੇ, ਤਾਂ 100 ਸਾਲ ਪੂਰੇ ਹੋਣ ਦੇ ਕਰਕੇ ਟਰਕੀ 2023 ਦੇ ਵਿੱਚ ਕੀ ਲਾਂਚ ਕਰੇਗਾ, ਮੂਨ ਮਿਸ਼ਨ ਲਾਂਚ ਕਰੇਗਾ। ਠੀਕ ਹੈ, ਨੈਕਸਟ ਹੈ डिफेंस मिनिस्टर राजनाथ सिंह द्वारा वर्चुअली इनॉग्रेट किए गए 57,000 वाटर स्ट्रक्चर अंडर जलाभिषेकम कैंपेन ਦੇ अंडर 57,000 वाटर स्ट्रक्चर्स ਨੂੰ ਇਨੋਗਰੇਟ ਕੀਤਾ, ਵਰਚੁਅਲੀ ਇਨੋਗਰੇਟ ਕੀਤਾ। ਕਿਹੜੀ ਸਟੇਟ ਦੇ ਵਿੱਚ, MP ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਇਨੋਗਰੇਟ ਕੀਤਾ ਗਿਆ। ਠੀਕ ਹੈ ਜੀ, ਡਾਇਰੈਕਟਲੀ ਇੰਪੋਰਟੈਂਟ ਰਹੇਗਾ। ਇਸ ਤੋਂ ਇਲਾਵਾ MP ਦੇ ਚੀਫ ਮਿਨਿਸਟਰ ਸ਼ਿਵਰਾਜ ਸਿੰਘ ਚੌਹਾਨ ਨੇ ਗਵਰਨਰ ਦੀ ਗੱਲ ਕਰਦੇ ਹਾਂ, ਲਾਲਜੀ ਟੰਡਨ ਹੁੰਦੇ ਸੀ। ਲਾਲਜੀ ਟੰਡਨ ਦੀ ਡੈਥ ਤੋਂ ਬਾਅਦ ਆਨੰਦੀਬੇਨ ਪਟੇਲ ਨੂੰ ਕੀ ਚਾਰਜ ਦੇ ਦਿੱਤਾ ਗਿਆ, ਜੋ ਕਿ UP ਦੇ ਕਰੰਟ ਗਵਰਨਰ ਨੇ। ਲਾਲਜੀ ਟੰਡਨ ਤੋਂ ਯਾਦ ਰੱਖਾਂਗੇ ਟੰਡਨ ਮਾਰਗ ਲਖਨਊ ਦੇ ਵਿੱਚ ਚੇਂਜ ਕੀਤਾ ਗਿਆ ਸੀ। ਚੌਂਕ ਚੁਰਾਹਾ ਵੀ ਯਾਦ ਰੱਖਾਂਗੇ, ਚੌਂਕ ਚੁਰਾਹਾ ਦਾ ਨਾਮ ਵੀ ਲਾਲਜੀ ਟੰਡਨ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਬਾਕੀ ਸਟੇਟਸ ਰਿਲੇਟਡ ਨਿਊਜ਼ ਨੇ ਡਿਸਕਸ ਕਰਦੇ ਹਾਂ। ਤਾਂ ਅਸਮ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ ਦੁਆਰਾ 100 ਕਰੋੜ ਦੀ ਗ੍ਰਾਂਟ ਅਪਰੂਵ ਕੀਤੀ ਗਈ ਹੈ। ਕਿਸ ਨੂੰ, ਅਸਮ ਬੇਸਡ ਬ੍ਰਹਮਪੁੱਤਰਾ ਵੈਲੀ ਫਰਟੀਲਾਈਜ਼ਰਸ ਕਾਰਪੋਰੇਸ਼ਨ ਲਿਮਿਟਡ ਨੂੰ। ਬ੍ਰਹਮਪੁੱਤਰਾ ਵੈਲੀ ਫਰਟੀਲਾਈਜ਼ਰਸ ਕਾਰਪੋਰੇਸ਼ਨ ਲਿਮਿਟਡ ਨੂੰ 100 ਕਰੋੜ ਰੁਪਏ ਦਿੱਤੇ ਜਾਣਗੇ। ਕਿਸ ਦੇ ਲਈ, ਫॉर ਸਸਟੇਨਿੰਗ ਆਪਰੇਸ਼ਨਸ ਆਫ ਇਟਸ ਯੂਰੀਆ ਮੈਨੂਫੈਕਚਰਿੰਗ ਯੂਨਿਟਸ ਦੇ ਲਈ 100 ਕਰੋੜ ਰੁਪਇਆ ਦਿੱਤਾ ਜਾਏਗਾ। ਅਸਮ ਦੀ ਬ੍ਰਹਮਪੁੱਤਰਾ ਵੈਲੀ ਫਰਟੀਲਾਈਜ਼ਰਸ ਕਾਰਪੋਰੇਸ਼ਨ ਲਿਮਿਟਡ। ਕੇਰਲਾ ਆਪਾਂ ਇਹ ਨਿਊਜ਼ ਪਹਿਲੇ ਡਿਸਕਸ ਕਰ ਚੁੱਕੇ ਹਾਂ। ਉਦੋਂ ਡਿਸਕਸ ਕੀਤਾ ਸੀ ਕਿ ਆਰਗੇਨਾਈਜ਼ ਕੀਤੀ ਜਾਏਗੀ। ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਿ ਇੰਟਰਨੈਸ਼ਨਲ ਕਾਨਫਰੰਸ ਔਨ ਜੈਂਡਰ ਇਕੁਐਲਿਟੀ ਕੌਣ ਆਰਗੇਨਾਈਜ਼ ਕਰ ਰਿਹਾ ਹੈ, ਇੰਡੀਆ ਦੀ WCD ਮਿਨਿਸਟਰੀ, ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ, ਜੋ ਕਿ ਸਮ੍ਰਿਤੀ ਇਰਾਨੀ ਲਵੇ ਹੈ। ਠੀਕ ਹੈ, ਪਲੱਸ UN ਵੂਮਨ ਆਰਗੇਨਾਈਜੇਸ਼ਨ ਹੈ ਜੋ ਯੂਨਾਈਟਿਡ ਨੇਸ਼ਨ ਵੂਮਨ। ਕਿੱਥੇ ਆਰਗੇਨਾਈਜ਼ ਕੀਤੀ ਜਾ ਰਹੀ ਹੈ, ਜੈਂਡਰ ਪਾਰਕ, ਇੰਡੀਆ ਦਾ ਪਹਿਲਾ ਜੈਂਡਰ ਪਾਰਕ ਕੋਜ਼ੀਕੋੜੇ ਕੇਰਲਾ ਦੇ ਵਿੱਚ। ਠੀਕ ਹੈ ਜੀ। ਕਾਲਾ ਘੋੜਾ ਆਰਟ ਫੈਸਟੀਵਲ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਮੁੰਬਈ ਮਹਾਰਾਸ਼ਟਰ ਦੇ ਵਿੱਚ, ਯਾਦ ਰੱਖਾਂਗੇ। ਅੱਜ ਦੇ ਲਈ ਬਸ ਇੰਨਾ ਹੀ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਏਗਾ। ਸੈਸ਼ਨ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ ਫॉर ਵਾਚਿੰਗ ਦ ਸੈਸ਼ਨ। ਗੁੱਡ ਬਾਏ।